ਨਮਸਕਾਰ ਪਿਆਰੇ ਵਿਦਿਆਰਥੀਓ। ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਸਟੀਫਨ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਲੈਵਲ 2 ਦੇ 6ਵੇਂ ਯੂਨਿਟ ਦੇ ਬਾਰੇ ਆਪਾਂ ਗੱਲ ਕਰਾਂਗੇ, ਜਿਸ ਦਾ ਆਧਾਰ ਹੋਵੇਗਾ ਸੇਫਟੀ ਐਟ ਵਰਕ ਪਲੇਸ। ਅੱਜ ਦੀ ਇਸ ਕਲਾਸ ਦੇ ਵਿੱਚ ਜੋ ਟੌਪਿਕ ਕਵਰ ਹੋਣਗੇ ਉਹ ਹੈ What is safety at workplace? Why work safely? What is working safely? Why do workplace accidents occurs? Workplace safety and safety rules, etc. आओ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ What is working safely? मतलब कि सुरक्षित रह के ਕੰਮ ਕਰਨਾ ਕੀ ਹੈ। ਸਭ ਤੋਂ ਪਹਿਲੇ ਨੰਬਰ 'ਤੇ ਦੱਸਿਆ ਗਿਆ ਹੈ ਵੇਅਰਿੰਗ ਰਿਕੁਆਇਰਡ PPE ਦਾ ਮਤਲਬ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ। ਇਹ ਸਾਨੂੰ ਦੱਸਦਾ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਉਹਦੇ ਨਾਲ ਸੰਬੰਧਿਤ ਕੁਝ PPE ਕਿੱਟ ਹੁੰਦੀ ਹੈ, ਜਿਸ ਨੂੰ ਕੀ ਹੈ ਕੰਮ ਦੇ ਸਮੇਂ ਪਾਇਆ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਦੱਸਿਆ ਗਿਆ ਹੈ ਕੰਪਲੀਟਿੰਗ ਐਵਰੀ ਟਾਸਕ in the correct way, not taking hazardous shortcuts। ਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਉਹਦਾ ਇੱਕ ਸਹੀ ਤਰੀਕਾ ਹੁੰਦਾ ਹੈ ਅਤੇ ਸਾਨੂੰ ਉਸ ਕੰਮ ਨੂੰ ਉਸੇ ਹੀ ਸਹੀ ਤਰੀਕੇ ਦੇ ਵਿੱਚ ਕਰਨਾ ਚਾਹੀਦਾ ਹੈ, ਨਾ ਕਿ ਕੋਈ ਜੋਖਿਮ ਭਰੇ ਹੋਏ ਸ਼ਾਰਟਕਟ ਲੈ ਕੇ ਉਸ ਕੰਮ ਨੂੰ ਕਰਨਾ ਚਾਹੀਦਾ ਹੈ। ਕਈ ਵਾਰੀ ਆਪਾਂ ਕੀ ਸ਼ਾਰਟਕਟ ਲੈਂਦੇ ਆਪਾਂ ਆਪਣੀ ਜਾਨ ਨੂੰ ਜੋਖਿਮ ਦੇ ਵਿੱਚ ਪਾਉਂਦੇ ਹਾਂ ਅਤੇ ਕੰਮ ਵੀ ਉਹ ਪੂਰਾ ਨਹੀਂ ਕਰ ਪਾਉਂਦੇ। ਇਸ ਕਰਕੇ ਜੋ ਕੰਮ ਦਾ ਕਰਨ ਦਾ ਜੋ ਸਹੀ ਤਰੀਕਾ ਹੈ ਉਸੇ ਤਰੀਕੇ ਦੇ ਨਾਲ ਸਾਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਪੇਇੰਗ ਅਟੈਂਸ਼ਨ ਟੂ ਦਾ ਟਾਸਕ ਐਟ ਹੈਂਡ। ਇਹ ਕੀ ਹੈ? ਜੋ ਆਪਾਂ ਕੰਮ ਕਰ ਰਹੇ ਹਾਂ ਉਹਦੇ ਉੱਤੇ ਪੂਰਾ ਸਾਡਾ ਧਿਆਨ ਹੋਣਾ ਚਾਹੀਦਾ ਹੈ। ਸਾਡਾ ਧਿਆਨ ਕਿਤੇ ਇੱਧਰ ਉੱਧਰ ਭੰਗ ਨਹੀਂ ਹੋਣਾ ਚਾਹੀਦਾ, ਜਿਹਦੇ ਨਾਲ ਕੋਈ ਐਕਸੀਡੈਂਟ ਜਾਂ ਅਣਸੁਖਾਵੀ ਕੋਈ ਘਟਨਾ ਵਾਪਰੇ। ਇਸ ਤੋਂ ਬਾਅਦ ਜੋ ਹੈ ਕੀ ਹੈ ਕਿ ਆਸਕਿੰਗ ਫॉर ਇੰਸਟਰਕਸ਼ਨ ਵੈਨ ਕੰਪਲੀਟਿੰਗ ਅਨਫੈਮਿਲੀਅਰ ਟਾਸਕਸ। ਇਸ ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਜਦੋਂ ਵੀ ਅਸੀਂ ਕੋਈ ਅਣਜਾਣ ਕੰਮ ਨੂੰ ਕਰ ਰਹੇ ਹਾਂ ਉਹਦੇ ਬਾਰੇ ਕਈ ਵਾਰੀ ਸਾਨੂੰ ਜਾਣਕਾਰੀ ਪੂਰੀ ਨਹੀਂ ਹੁੰਦੀ, ਪਰ ਅਸੀਂ ਉਹ ਕੰਮ ਨੂੰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਜਿਹੇ ਕੰਮ ਨੂੰ ਕਰਨ ਦੇ ਲਈ ਸਾਨੂੰ ਪੂਰੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਲਈ ਕਿਸੇ ਵੀ ਅਣਜਾਣ ਕੰਮ ਨੂੰ ਕਰਨ ਤੋਂ ਪਹਿਲਾਂ ਉਹਦੀ ਪੂਰੀ ਜਾਣਕਾਰੀ ਦੇ ਬਾਰੇ ਪੁੱਛਣਾ ਚਾਹੀਦਾ ਹੈ। ਇਸੇ ਦਾ ਦੂਸਰਾ ਭਾਗ ਹੈ ਵਾਈ ਵਰਕ ਸੇਫਲੀ। ਮਤਲਬ ਕਿ ਸਾਨੂੰ ਸੁਰੱਖਿਅਤ ਢੰਗ ਨਾਲ ਕੰਮ ਕਿਉਂ ਕਰਨਾ ਚਾਹੀਦਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਦੇਖਦੇ ਹਾਂ ਸਾਨੂੰ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੀ ਜ਼ਰੂਰਤ ਕਿਉਂ ਹੈ। ਕਿਉਂਕਿ ਵਰਕ ਸੇਫਲੀ ਫॉर ਦਾ ਮੋਸਟ ਇੰਪੋਰਟੈਂਟ ਪੀਪਲ ਇਨ ਯੋਰ ਲਾਈਫ, ਯੋਰ ਫੈਮਿਲੀ। ਸਭ ਤੋਂ ਪਹਿਲਾਂ ਜੋ ਕਾਰਨ ਹੈ ਉਹ ਹੈ ਸਾਡਾ ਪਰਿਵਾਰ। ਕਿਉਂਕਿ ਅਸੀਂ ਜੇਕਰ ਕੋਈ ਕੰਮ ਕਰ ਰਹੇ ਹਾਂ ਤਾਂ ਉਹਦੇ ਪਿੱਛੇ ਸਭ ਤੋਂ ਪਹਿਲਾਂ ਸਾਡਾ ਮੁੱਖ ਕਾਰਨ ਹੁੰਦਾ ਹੈ ਸਾਡਾ ਪਰਿਵਾਰ ਅਤੇ ਉਹਨਾਂ ਦੀਆਂ ਜ਼ਰੂਰਤਾਂ। ਉਹਨਾਂ ਦੀ ਜ਼ਰੂਰਤਾਂ ਦੇ ਕਰਕੇ ਹੀ ਅਸੀਂ ਕੋਈ ਕੰਮ ਕਰਦੇ ਪਏ ਹਾਂ। ਇਸ ਕਰਕੇ ਸਾਨੂੰ ਕੰਮ ਦੇ ਉੱਤੇ ਆਪਣੀ ਸੇਫਟੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਆਉਂਦਾ ਹੈ ਵਰਕ ਰਿਲੇਟਡ ਇੰਜਰੀਜ਼ ਕੋਸ ਨਾਟ ਓਨਲੀ ਟਾਈਮ ਅਵੇ ਫਰੋਮ ਪ੍ਰੋਡਕਸ਼ਨ ਐਕਟੀਵਿਟੀਜ਼ ਐਟ ਵਰਕ ਬਟ ਆਲਸੋ ਟਾਈਮ ਅਵੇ ਫਰੋਮ ਐਕਟੀਵਿਟੀਜ਼ ਵਿਦ ਯੋਰ ਫੈਮਿਲੀ। ਇਸ ਦਾ ਮਤਲਬ ਕਿ ਜੋ ਕੰਮ ਦੇ ਸਮੇਂ ਹੋਈਆਂ ਅਣਸੁਖਾਵੀਂ ਘਟਨਾ ਦੇ ਕਰਕੇ ਜੋ ਸਾਡਾ ਨੁਕਸਾਨ ਹੁੰਦਾ ਹੈ ਉਹ ਸਾਨੂੰ ਕੰਮ ਦੀਆਂ ਗਤੀਵਿਧੀਆਂ ਤੋਂ ਹੀ ਦੂਰ ਨਹੀਂ ਕਰਦਾ, ਬਲਕਿ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਜੋ ਸਾਡੀਆਂ ਰੂਟੀਨ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਤੋਂ ਵੀ ਦੂਰ ਸਾਨੂੰ ਕਰ ਦਿੰਦਾ ਹੈ। ਇਸ ਕਰਕੇ ਸਾਨੂੰ ਕੰਮ ਵਾਲੀ ਥਾਂ ਦੇ ਉੱਤੇ ਸੁਰੱਖਿਅਤ ਰਹਿ ਕੇ ਸੁਰੱਖਿਅਤ ਢੰਗ ਦੇ ਨਾਲ ਆਪਣੇ ਕੰਮ ਕਰਨੇ ਚਾਹੀਦੇ ਹਨ। ਇਸੇ ਦੇ ਅੱਗੋਂ ਤੀਸਰੇ ਭਾਗ ਦੇ ਵਿੱਚ ਆਪਾਂ ਦੇਖਾਂਗੇ ਵਾਈ ਡੂ ਵਰਕਪਲੇਸ ਐਕਸੀਡੈਂਟਸ ਓਕਰ। ਮਤਲਬ ਕਿ ਕੰਮ ਵਾਲੀ ਥਾਂ ਦੇ ਉੱਤੇ ਅਣਸੁਖਾਵੀਂ ਘਟਨਾਵਾਂ ਕਿਉਂ ਵਾਪਰਦੀਆਂ ਹਨ। ਇਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਦੇਖਦੇ ਹਾਂ ਲੈਕ ਆਫ ਪ੍ਰੋਪਰ ਟ੍ਰੇਨਿੰਗ ਔਰ ਐਕਸਪੀਰੀਅੰਸ।
ਇਸ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਹਨ। ਪਹਿਲੇ ਨੰਬਰ ਤੇ ਨਿਊ ਵਰਕਰਸ ਨੋਟ ਫੈਮਿਲੀਅਰ ਵਿਦ ਵਰਕਪਲੇਸ ਹੈਜ਼ਰਡਸ, ਅਤੇ ਦੂਸਰਾ ਹੈ ਐਕਸਪੀਰੀਅੰਸ ਵਰਕਰਸ ਟੈਂਡ ਟੂ ਹੈਵ ਲੈਸ ਇੰਜਰੀਜ਼। ਜਿਵੇਂ ਕਿ ਆਪਾਂ ਜਾਣਦੇ ਹਾਂ, ਸਾਰੇ ਦੇਖਦੇ ਹਾਂ ਕਿ ਨਵੇਂ ਜੋ ਕਾਮੇ ਹੈ, ਨਵੇਂ ਕਰਮਚਾਰੀ ਜੋ ਕੰਮ ਦੇ ਉੱਤੇ ਹੈ, ਉਹ ਕੀ ਹੈ, ਕੰਮ ਵਾਲੀ ਥਾਂ ਦੇ ਉੱਤੇ ਜਿਹੜੇ ਹੋਣ ਵਾਲੇ ਜਿਹੜੇ ਖਤਰੇ ਵਾਲੇ ਜਿਹੜੇ ਕੰਮਾਂ, ਉਹਨਾਂ ਨੂੰ ਤੋਂ ਚੰਗੀ ਤਰ੍ਹਾਂ ਫੈਮਿਲੀਅਰ ਨਹੀਂ ਹੁੰਦੇ, ਉਹਨਾਂ ਤੋਂ ਜਾਣਕਾਰ ਨਹੀਂ ਹੁੰਦੇ। ਇਸ ਕਰਕੇ ਕਈ ਅਣਸੁਖਾਵੀਂ ਘਟਨਾ ਇਹਦੇ ਕਰਕੇ ਵਾਪਰਦੀਆਂ ਹਨ। ਅਤੇ ਇਹਦੇ ਉਲਟ ਆਪਾਂ ਦੇਖਦੇ ਹਾਂ ਜਿਹੜੇ ਐਕਸਪੀਰੀਅੰਸਡ ਵਰਕਰਸ ਹੁੰਦੇ ਨੇ, ਉਹਨਾਂ ਦੇ ਨਾਲ ਇਹੋ ਜਿਹੀਆਂ ਅਣਸੁਖਾਵੀਂ ਘਟਨਾ ਹੋਣ ਦੇ ਬਹੁਤ ਘੱਟ ਚਾਂਸ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਆਪਣੇ ਕੰਮ ਦਾ ਪੂਰਾ ਗਿਆਨ ਹੁੰਦਾ ਹੈ। ਇਸ ਕਰਕੇ ਕਿਸੇ ਵੀ ਕਰਮਚਾਰੀ ਨੂੰ, ਨਵਾਂ ਕਰਮਚਾਰੀ ਜੋ ਕੰਮ ਦਿੱਤੇ ਹੈ, ਉਹਨੂੰ ਉਹਦੇ ਕੰਮ ਦੇ ਬਾਰੇ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਕੋਈ ਨਵੇਂ ਕਰਮਚਾਰੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਤੋਂ ਬਾਅਦ ਕੀ ਹੈ, ਵਰਕਰਸ ਡੋਂਟ ਨੋ ਦੇਅਰ ਲੀਗਲ ਰਾਈਟਸ। ਕਈ ਕਰਮਚਾਰੀ ਜਿਹੜੇ ਹੈ, ਕਾਫੀ ਕਰਮਚਾਰੀ ਜੋ ਹੈ, ਅਗਿਆਨਤਾ ਦੇ ਕਰਕੇ ਜੋ ਕਾਨੂੰਨੀ ਉਹਨਾਂ ਦੇ ਅਧਿਕਾਰ ਨੇ ਕੰਮ ਵਾਲੀ ਥਾਂ ਦੇ ਉੱਤੇ, ਉਹਨਾਂ ਨੂੰ ਜਾਣਦੇ ਨਹੀਂ ਹੈ। ਇਹ ਉਹ ਅਧਿਕਾਰ ਨੇ ਜੋ ਉਹਨਾਂ ਦੀ ਹੈਲਥ ਅਤੇ ਸੇਫਟੀ ਨੂੰ ਪ੍ਰੋਟੈਕਟ ਕਰਦੇ ਨੇ, ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ। ਇਸ ਤੋਂ ਬਾਅਦ ਜੋ ਗੱਲ ਹੈ, ਜੋ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ, ਕਿ ਅਫਰੇਡ ਟੂ ਆਸਕ ਕੁਐਸਚਨਸ। ਕਿਸੇ ਵੀ ਤਰ੍ਹਾਂ ਦੇ ਸਵਾਲ ਨੂੰ ਪੁੱਛੇ ਜਾਣ ਤੋਂ ਪਹਿਲਾਂ ਜੋ ਹੈ ਡਰ। ਕਈ ਵਾਰੀ ਕੀ ਹੈ, ਕਰਮਚਾਰੀ ਕੀ ਹੈ, ਕਿਸੇ ਵੀ ਕੰਮ ਦੇ ਪ੍ਰਤੀ ਆਪਣੇ ਕਈ ਸਵਾਲ ਲੈ ਕੇ ਆਪਣੇ ਸਹਿਯੋਗੀਆਂ ਨੂੰ ਜਾਂ ਆਪਣੇ ਜਿਹੜੇ ਸੀਨੀਅਰਸ ਹੈ, ਉਹਨਾਂ ਨੂੰ ਸਵਾਲ ਪੁੱਛਣ ਤੋਂ ਡਰਦੇ ਆ ਜਾਂ ਸ਼ਰਮਿੰਦਗੀ ਮਹਿਸੂਸ ਕਰਦੇ ਆ, ਜੋ ਕਿ ਕੰਮ ਵਾਲੀ ਥਾਂ ਦੇ ਉੱਤੇ ਅਣਸੁਖਾਵੀ ਘਟਨਾ ਵਾਪਰਨ ਦਾ ਇੱਕ ਹੋਰ ਮੁੱਖ ਕਾਰਨ ਬਣ ਸਕਦਾ ਹੈ। ਸੋ ਇਹ ਕੁਝ ਮੁੱਖ ਗੱਲਾਂ ਸਨ ਜਿਨ੍ਹਾਂ ਦੇ ਕਰਕੇ ਸਾਡੀ ਕੰਮ ਵਾਲੀ ਥਾਂ ਦੇ ਉੱਤੇ ਅਣਸੁਖਾਵੀ ਘਟਨਾਵਾਂ ਵਾਪਰਦੀਆਂ ਹਨ। ਜੇਕਰ ਅਸੀਂ ਇਹਨਾਂ ਅਣਸੁਖਾਵੀ ਘਟਨਾਵਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੰਮ ਵਾਲੀ ਥਾਂ ਦੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰੋਪਰ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈ, ਅਤੇ ਜੋ ਉਹਨਾਂ ਦੇ ਮਨ ਦੇ ਡਰ ਹੈ ਜਾਂ ਉਹਨਾਂ ਦੇ ਜੋ ਸਵਾਲ ਹੈ, ਉਹਨਾਂ ਦਾ ਸਹੀ ਤਰੀਕੇ ਦੇ ਨਾਲ ਉੱਤਰ ਦੇਣ ਦੀ ਜ਼ਰੂਰਤ ਹੈ, ਤਾਂ ਕਿ ਉਹ ਆਪਣੇ ਕੰਮ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਸਹੀ ਢੰਗ ਦੇ ਨਾਲ ਕਰ ਸਕਣ। ਇਸ ਤੋਂ ਬਾਅਦ ਅੱਗੇ ਅਸੀਂ ਦੇਖਦੇ ਹਾਂ ਵਰਕਪਲੇਸ ਸੇਫਟੀ, ਜਿਸ ਦੇ ਵਿੱਚ ਲਿਖਿਆ ਯੂ, your employer and your supervisors all share responsibilities for health and safety। ਅੱਗੋਂ ਇਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਜਾਣਾਂਗੇ ਕਿ ਇੱਕ ਕਰਮਚਾਰੀ ਦੀ, ਇੱਕ ਮਾਲਕ ਦੀ ਅਤੇ ਇੱਕ ਸੁਪਰਵਾਈਜ਼ਰ ਦੀਆਂ ਕੀ ਜ਼ਿੰਮੇਵਾਰੀਆਂ ਨੇ, ਜਿਨ੍ਹਾਂ ਦੇ ਨਾਲ ਕਿ ਕੰਮ ਵਾਲੀ ਥਾਂ ਦੇ ਉੱਤੇ ਸੁਰੱਖਿਅਤ ਮਾਹੌਲ ਬਣਿਆ ਰਹੇ, ਜਿਸ ਦੇ ਕਾਰਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਹ ਕੁਝ ਸੇਫਟੀ ਰੋਲਸ ਨੇ ਜੋ ਇੱਕ ਮਾਲਕ ਅਤੇ ਸੁਪਰਵਾਈਜ਼ਰ ਦੇ ਬਾਰੇ ਦੱਸਦੇ ਨੇ ਕਿ ਮਾਲਕ ਨੂੰ ਕਿਹੜੇ ਸੇਫਟੀ ਰੋਲਸ ਜਿਹੜੇ ਹੈ ਅਦਾ ਕਰਨੇ ਚਾਹੀਦੇ ਨੇ, ਅਤੇ ਸੁਪਰਵਾਈਜ਼ਰ ਨੂੰ ਕਿਹੜੇ ਸੇਫਟੀ ਰੋਲਸ ਅਦਾ ਕਰਨੇ ਚਾਹੀਦੇ ਨੇ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਇੱਕ ਮਾਲਕ ਦੇ ਜੋ ਸੇਫਟੀ ਰੋਲਸ ਹੈ ਉਹ ਕੀ ਨੇ। ਸਭ ਤੋਂ ਪਹਿਲੇ ਕੰਮ ਵਾਲੀ ਥਾਂ ਦੇ ਉੱਤੇ ਇੱਕ ਮਾਲਕ ਦਾ ਜੋ ਸੇਫਟੀ ਰੋਲ ਹੈ ਉਹ ਹੈ ਐਸਟੈਬਲਿਸ਼ ਏ ਹੈਲਥ ਐਂਡ ਸੇਫਟੀ ਪੋਲਿਸੀ ਐਂਡ ਪ੍ਰੋਗਰਾਮ। ਕਿ ਕੰਮ ਵਾਲੀ ਥਾਂ ਦੇ ਉੱਤੇ ਕੀ ਹੈ, ਉਹ ਇੱਕ ਹੈਲਥ ਅਤੇ ਸੇਫਟੀ ਦੀ ਇੱਕ ਪੋਲਿਸੀ ਅਤੇ ਪ੍ਰੋਗਰਾਮ ਨੂੰ ਲਾਗੂ ਕਰੇ, ਜਿਸ ਵਿੱਚ ਕਰਮਚਾਰੀਆਂ ਦਾ ਬੀਮਾ ਹੋ ਸਕਦਾ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਦੇ ਉੱਤੇ ਕੀ ਹੈ, ਕਰਮਚਾਰੀਆਂ ਦਾ ਇਲਾਜ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਉਸ ਤੋਂ ਬਾਅਦ ਹੈ ਪ੍ਰੋਵਾਈਡ ਰਿਕੁਆਇਰਡ ਟ੍ਰੇਨਿੰਗ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਜ਼ਰੂਰੀ ਟ੍ਰੇਨਿੰਗ ਹੈ ਜਿਹਦੀ ਕਿ ਕਰਮਚਾਰੀਆਂ ਨੂੰ ਜ਼ਰੂਰਤ ਹੈ, ਉਹ ਟ੍ਰੇਨਿੰਗ ਜੋ ਹੈ ਸਮੇਂ ਸਿਰ
ਆਪਣੇ ਕਰਮਚਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਤੀਸਰੇ ਨੰਬਰ 'ਤੇ ਆਉਂਦਾ ਹੈ ਪ੍ਰੋਵਾਈਡ ਇਨਫੋਰਮੇਸ਼ਨ, ਇੰਸਟਰਕਸ਼ਨਸ ਐਂਡ ਸੁਪਰਵਿਜ਼ਨ ਫॉर ਸੇਫ ਜੋਬ ਪਰਫਾਰਮੈਂਸ। ਇਸ ਦੇ ਵਿੱਚ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਦੇ ਵਾਸਤੇ ਉਹਦੀ ਕੀ ਹੈ ਕਿ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਕਿਸ ਢੰਗ ਨਾਲ ਕੰਮ ਕਰਨਾ ਹੈ ਅਤੇ ਉਸ ਕੰਮ ਨੂੰ ਕਰਨ ਦੇ ਲਈ ਉਹਨਾਂ ਦੇ ਉੱਤੇ ਕੀ ਹੈ ਇੱਕ ਸੁਪਰਵਾਈਜ਼ਰ ਹੋਣਾ ਚਾਹੀਦਾ ਜਿਹਨੂੰ ਕੀ ਹੈ ਕੰਮ ਦਾ ਪੂਰਾ ਗਿਆਨ ਹੈ ਅਤੇ ਉਹ ਆਪਣੇ ਕਰਮਚਾਰੀ ਨੂੰ ਉਸ ਕੰਮ ਨੂੰ ਸਹੀ ਢੰਗ ਦੇ ਨਾਲ ਕਰਨ ਦੇ ਬਾਰੇ ਦੱਸ ਸਕਦਾ ਹੈ। ਚੌਥੇ ਨੰਬਰ 'ਤੇ ਆਉਂਦਾ ਹੈ ਪ੍ਰੋਵਾਈਡ ਨੈਸੈਸਰੀ ਸੇਫਟੀ ਇਕੁਇਪਮੈਂਟਸ। ਮਤਲਬ ਕਿ ਜੋ ਵੀ ਕਰਮਚਾਰੀ ਕੰਮ ਕਰ ਰਿਹਾ ਹੈ ਉਹਦੇ ਨਾਲ ਜੋ ਸੰਬੰਧਿਤ PPE ਕਿੱਟ ਹੈਗੀ ਹੈ ਜਾਂ ਸੇਫਟੀ ਇਕੁਇਪਮੈਂਟਸ ਜਿਹੜੇ ਆ ਉਹ ਕੀ ਹੈ ਆਪਣੇ ਕਰਮਚਾਰੀਆਂ ਨੂੰ ਮਾਲਕ ਵੱਲੋਂ ਉਪਲਬਧ ਕਰਾਏ ਜਾਣੇ ਚਾਹੀਦੇ ਹੈ ਕਿ ਕੋਈ ਵੀ ਕਰਮਚਾਰੀ ਬਿਨਾਂ ਸੁਰੱਖਿਆ ਯੰਤਰਾਂ ਤੋਂ ਆਪਣੇ ਕੰਮ ਨੂੰ ਨਾ ਕਰੇ, ਕਿਉਂਕਿ ਸੁਰੱਖਿਆ ਯੰਤਰਾਂ ਦੀ ਚੰਗੀ ਵਰਤੋਂ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਵੱਡੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਪੰਜਵੇਂ ਨੰਬਰ 'ਤੇ ਆਉਂਦਾ ਹੈ ਪ੍ਰੋਵਾਈਡ ਇਨਫੋਰਮੇਸ਼ਨ ਔਨ ਹੈਜ਼ਰਡਸ ਇਨ ਦਾ ਵਰਕ ਪਲੇਸ। ਇਸ ਵਿੱਚ ਕੀ ਹੈ ਕਿ ਕਰਮਚਾਰੀਆਂ ਨੂੰ ਕੰਮ ਵਾਲੀ ਥਾਂ ਦੇ ਉੱਤੇ ਜਿਹੜੇ ਖਤਰੇ ਆ ਉਹਨਾਂ ਦੇ ਬਾਰੇ ਸਾਰੇ ਕਰਮਚਾਰੀਆਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਜਾ ਸਕੇ। ਅੰਤ ਦੇ ਵਿੱਚ ਆਉਂਦਾ ਹੈ ਡਿਸਪਲੇ ਇੰਪੋਰਟੈਂਟ ਇਨਫੋਰਮੇਸ਼ਨ ਵੇਅਰ ਐਵਰੀਵਨ ਕੈਨ ਸੀ ਇਟ। ਇਹਦੇ ਵਿੱਚ ਦੱਸਿਆ ਗਿਆ ਹਰ ਇੱਕ ਪ੍ਰਕਾਰ ਦੀ ਜੋ ਜ਼ਰੂਰੀ ਜਾਣਕਾਰੀ ਹੈ ਜਿਸ ਦਾ ਕਰਮਚਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਲਿਖਤੀ ਰੂਪ ਦੇ ਵਿੱਚ ਕੀ ਹੈ ਕੰਮ ਵਾਲੀ ਥਾਂ ਦੇ ਉੱਤੇ ਦੱਸੀ ਗਈ ਹੋਣੀ ਚਾਹੀਦੀ ਹੈ, ਜਿਹਦੇ ਨਾਲ ਕੀ ਹੈ ਕਿ ਹਰ ਇੱਕ ਕਰਮਚਾਰੀ ਜਾਣਕਾਰ ਹੋਵੇ। ਇਹ ਕੁਝ ਸੇਫਟੀ ਰੋਲ ਸੀਗੇ ਜੋ ਇੱਕ ਮਾਲਕ ਦੇ ਵੱਲੋਂ ਅਦਾ ਕੀਤੇ ਜਾਣੇ ਚਾਹੀਦੇ ਹਨ। ਹੁਣ ਆਪਾਂ ਗੱਲ ਕਰਾਂਗੇ ਇੱਕ ਸੁਪਰਵਾਈਜ਼ਰ ਦੇ ਵੱਲੋਂ ਜਿਹੜੇ ਸੇਫਟੀ ਰੋਲਸ ਹੈ ਉਹ ਕਿਹੜੇ ਰੋਲਸ ਨੇ ਜਿਹੜੇ ਉਹਨੂੰ ਅਦਾ ਕਰਨੇ ਹੁੰਦੇ ਹਨ। ਪਹਿਲੇ ਨੰਬਰ 'ਤੇ ਆਪਾਂ ਦੇਖਾਂਗੇ ਮੇਕ ਸ਼ੋਰ ਯੂ ਫੋਲੋ ਦਾ ਲਾਅ ਐਂਡ ਕੰਪਨੀਜ਼ ਸੇਫਟੀ ਰੂਲਸ। ਇੱਕ ਸੁਪਰਵਾਈਜ਼ਰ ਦਾ ਮੇਨ ਕੰਮ ਹੈ ਉਹ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਹਰ ਇੱਕ ਕਰਮਚਾਰੀ ਕੰਪਨੀ ਦੇ ਜਿਹੜੇ ਸੇਫਟੀ ਰੂਲਸ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਫੋਲੋ ਕਰਦਾ ਪਿਆ ਵਾ। ਦੂਸਰੇ ਨੰਬਰ 'ਤੇ ਆਉਂਦਾ ਹੈ ਟੈਲ ਯੂ ਅਬਾਊਟ ਐਨੀ ਜੋਬ ਹੈਜ਼ਰਡਸ ਔਰ ਡੇਂਜਰਸ। ਉਹ ਤੁਹਾਨੂੰ ਕੰਮ ਦੇ ਵਿੱਚ ਜੋ ਖਤਰੇ ਹੈ ਉਹਨਾਂ ਦੇ ਨਾਲ ਕੀ ਹੈ ਤੁਹਾਡੀ ਜਾਣਕਾਰੀ ਕਰਵਾਉਂਦਾ ਹੈ ਜਾਂ ਉਹਨਾਂ ਖਤਰਿਆਂ ਦੀ ਤੁਹਾਨੂੰ ਜਾਣਕਾਰੀ ਦਿੰਦਾ ਹੈ ਜੋ ਤੁਹਾਡੇ ਕੰਮ ਦੇ ਵਿੱਚ ਹੁੰਦੀਆਂ ਨੇ। ਇਸ ਤੋਂ ਬਾਅਦ ਮੇਕ ਸ਼ੋਰ ਯੂ ਯੂਜ਼ ਸੇਫਟੀ ਇਕੁਇਪਮੈਂਟਸ ਪ੍ਰੋਪਰਲੀ। ਤੁਹਾਨੂੰ ਸਹੀ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਸੇਫਟੀ ਇਕੁਇਪਮੈਂਟਸ ਹੈ ਜਾਂ ਸੁਰੱਖਿਆ ਯੰਤਰ ਹੈ ਉਹਨਾਂ ਨੂੰ ਕੀ ਹੈ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਜਾਂ ਉਹਨਾਂ ਨੂੰ ਇਸਤੇਮਾਲ ਕਰਨ ਦੀ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਦਿੰਦਾ ਹੈ। ਅਤੇ ਅੰਤ ਦੇ ਵਿੱਚ ਕੀ ਹੈ ਦੱਸਿਆ ਸ਼ੁੱਡ ਲੁੱਕ ਆਫਟਰ ਦਾ ਵਰਕਰਸ। ਅਤੇ ਆਪਣੇ ਜਿਹੜੇ ਨੀਚੇ ਜੋ ਕੰਮ ਕਰ ਰਹੇ ਕਰਮਚਾਰੀ ਹੈ ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖੇ ਕਿ ਉਹਦੀ ਦੇਖ ਰੇਖ ਦੇ ਵਿੱਚ ਹੀ ਸਾਰੇ ਕਰਮਚਾਰੀ ਜੋ ਹੈ ਕੰਮ ਕਰ ਰਹੇ ਨੇ। ਇਹ ਕੁਝ ਜ਼ਿੰਮੇਵਾਰੀਆਂ ਸੀਗੀਆਂ ਜੋ ਆਪਾਂ ਇੱਕ ਮਾਲਕ ਅਤੇ ਇੱਕ ਸੁਪਰਵਾਈਜ਼ਰ ਦੀਆਂ ਸੀਗੀਆਂ, ਉਹਨਾਂ ਦੇ ਬਾਰੇ ਆਪਾਂ ਦੇਖਿਆ। ਇਸ ਤੋਂ ਇਲਾਵਾ ਇੱਕ ਕਰਮਚਾਰੀ ਹੋਣ ਦੇ ਨਾਤੇ ਸਾਡੀਆਂ ਵੀ ਕੰਮ ਵਾਲੀ ਥਾਂ ਦੇ ਉੱਤੇ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਫੋਲੋ ਕਰਨਾ ਹੁੰਦਾ ਹੈ। ਉਹ ਕਿਹੜੀਆਂ ਜ਼ਿੰਮੇਵਾਰੀਆਂ ਨੇ ਆਓ ਅਸੀਂ ਦੇਖਦੇ ਹਾਂ। ਸਭ ਤੋਂ ਪਹਿਲੇ ਨੰਬਰ 'ਤੇ ਓਬੇ ਦਾ ਲਾਅ। ਕਿ ਅਸੀਂ ਜਿਹੜੇ ਉੱਥੇ ਦੇ ਕਾਨੂੰਨ ਆ ਉੱਥੇ ਦੇ ਜਿਹੜੇ ਰੂਲਸ ਆ ਉਹਨਾਂ ਦੀ ਆਪਾਂ ਪਾਲਣਾ ਕਰਦੇ ਪਏ ਹਾਂ। ਦੂਸਰੇ ਨੰਬਰ 'ਤੇ ਯੂਜ਼ ਮਸ਼ੀਨਸ ਐਂਡ ਵਰਕ ਇਕੁਇਪਮੈਂਟਸ ਸੇਫਲੀ। ਜਿਹੜੇ ਉੱਥੇ ਦੀਆਂ ਮਸ਼ੀਨ ਹੈ ਅਤੇ ਜਿਹੜੇ ਕੰਮ ਦੇ ਜਿਹੜੇ ਯੰਤਰ ਹੈ ਉਹਨਾਂ ਨੂੰ ਆਪਾਂ ਸੁਰੱਖਿਅਤ ਢੰਗ ਦੇ ਨਾਲ ਇਸਤੇਮਾਲ ਕਰ ਰਹੇ ਹਾਂ। ਵੇਅਰ ਰਿਕੁਆਇਰਡ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ। ਜਿਹੜੇ ਸਾਡੀ PPE ਕਿੱਟ ਹੈ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ। ਰਿਪੋਰਟ ਹੈਜ਼ਰਡਸ ਟੂ ਦਾ ਬੌਸ। ਜਿਹੜਾ ਸਾਡਾ ਮਾਲਕ ਹੈ ਜਾਂ ਜੋ ਸੁਪਰਵਾਈਜ਼ਰ ਹੈ ਉਹਨੂੰ ਖਤਰਿਆਂ ਦੇ ਨਾਲ ਜੋ ਸਾਡੇ ਕੰਮ ਦੇ ਵਿੱਚ ਆ ਰਿਹਾ ਆਪਣੇ ਮਾਲਕ ਨੂੰ ਜਾਂ ਆਪਣੇ ਸੁਪਰਵਾਈਜ਼ਰ ਨੂੰ ਉਹਨਾਂ ਦੇ ਨਾਲ ਕੀ ਅਵਗਤ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ।
ਅਤੇ ਅੰਤ ਦੇ ਵਿੱਚ ਹੈ ਵਰਕ ਸੇਫਲੀ ਐਟ ਆਲ ਟਾਈਮ, ਅਤੇ ਹਰ ਸਮੇਂ ਕੀ ਹੈ ਸੁਰੱਖਿਅਤ ਰਹਿ ਕੇ ਆਪਣੇ ਕੰਮ ਨੂੰ ਹਰ ਸਮੇਂ ਕੀਤਾ ਜਾ ਸਕੇ। ਇਸ ਤੋਂ ਬਾਅਦ ਆਓ ਅਸੀਂ ਦੇਖਦੇ ਹਾਂ ਕੰਮ ਵਾਲੀ ਥਾਂ ਦੇ ਉੱਤੇ ਸਾਡੇ ਕਿਹੜੇ ਅਧਿਕਾਰ ਨੇ। ਯੂ ਹੈਵ ਦਾ ਰਾਈਟ ਟੂ ਨਾਓ ਅਬਾਊਟ ਡੇਂਜਰਸ ਇਨ ਯੂਰ ਵਰਕ ਪਲੇਸ। ਇਹ ਤੁਹਾਡਾ ਅਧਿਕਾਰ ਹੈ ਕਿ ਤੁਸੀਂ ਆਪਣੇ ਕੰਮ ਦੇ ਉੱਤੇ ਜੋ ਖਤਰੇ ਹੈ ਉਹਨਾਂ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਟ੍ਰੇਨਿੰਗ ਬਿਫੋਰ ਯੂ ਸਟਾਰਟ ਦਾ ਜੋਬ। ਆਪਣੇ ਕੰਮ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਦੀ ਕੀ ਹੈ ਪ੍ਰੋਪਰ ਟ੍ਰੇਨਿੰਗ ਮਿਲਣੀ ਚਾਹੀਦੀ ਹੈ। ਉਸ ਤੋਂ ਬਾਅਦ ਕੀ ਹੈ ਔਨ ਦਾ ਜੋਬ ਟ੍ਰੇਨਿੰਗ। ਔਨ ਦਾ ਜੋਬ ਟ੍ਰੇਨਿੰਗ ਹੈ ਜਦੋਂ ਤੁਸੀਂ ਜੋਬ ਨੂੰ ਆਪਣਾ ਸਟਾਰਟ ਕਰਨਾ ਹੈ ਉਸ ਤੋਂ ਪਹਿਲਾਂ ਆਉਂਦੀ ਹੈ ਜਿਹੜੀ ਉਹ ਔਨ ਜੋਬ ਟ੍ਰੇਨਿੰਗ ਹੁੰਦੀ ਹੈ, ਉਹਨੂੰ OJT ਵੀ ਕਿਹਾ ਜਾਂਦਾ ਹੈ। ਇਹ ਔਨ ਜੋਬ ਟ੍ਰੇਨਿੰਗ ਹੈ, ਕਈ ਵਾਰੀ 1 ਮਹੀਨੇ ਦੀ ਵੀ ਹੁੰਦੀ ਹੈ, 2 ਦੀ ਵੀ ਹੈ ਜਾਂ 3 ਮਹੀਨੇ ਦੀ ਵੀ ਹੁੰਦੀ ਹੈ ਕਿ ਕਿੰਨੀ ਜਲਦੀ ਤੁਸੀਂ ਆਪਣੇ ਕੰਮ ਨੂੰ ਸਿੱਖਦੇ ਹੋ। ਉਸ ਤੋਂ ਬਾਅਦ ਤੁਹਾਡੀ ਕੀ ਹੈ ਜੋਬ ਸਟਾਰਟ ਕੀਤੀ ਜਾਂਦੀ ਹੈ ਔਨ ਜੋਬ ਟ੍ਰੇਨਿੰਗ ਤੋਂ ਬਾਅਦ। ਫਿਰ ਆਉਂਦਾ ਹੈ ਵਰਕ ਸੁਪਰਵਿਜ਼ਨ, ਕਿ ਤੁਹਾਡੇ ਉੱਤੇ ਕੋਈ ਸੁਪਰਵਾਈਜ਼ਰ ਹੋਣਾ ਚਾਹੀਦਾ ਜਿਹਦੇ ਤੁਸੀਂ ਸੁਪਰਵਿਜ਼ਨ ਦੇ ਵਿੱਚ ਹੋ ਕੇ ਕੀ ਹੈ ਕੋਈ ਵੀ ਆਪਣੇ ਕੰਮ ਨੂੰ ਕਰ ਸਕੋ। ਉਸ ਤੋਂ ਬਾਅਦ ਹੈ ਹੈਜ਼ਰਡਸ ਇਨਫੋਰਮੇਸ਼ਨ ਟੂ ਪਰਫਾਰਮ ਯੂਰ ਜੋਬ ਸੇਫਲੀ, ਕਿ ਜਿਹੜੇ ਖਤਰੇ ਹੈ ਕੰਮ ਵਾਲੀ ਥਾਂ 'ਤੇ ਉਹਨਾਂ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਆਪਣੇ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ, ਤਾਂ ਕਿ ਤੁਸੀਂ ਜਦੋਂ ਆਪਣਾ ਕੰਮ ਕਰਦੇ ਪਏ ਹੋ ਉਹ ਤੁਸੀਂ ਆਪਣੀ ਸੁਰੱਖਿਆ ਨੂੰ ਖਿਆਲ ਦੇ ਵਿੱਚ ਰੱਖਦੇ ਹੋਏ ਆਪਣੇ ਹਰ ਇੱਕ ਕੰਮ ਨੂੰ ਕਰ ਸਕੋ। ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਦਾ ਰਾਈਟ ਟੂ ਰਿਫਿਊਜ਼ ਅਨਸੇਫ ਵਰਕ। ਮਤਲਬ ਇਹ ਸਾਡਾ ਅਧਿਕਾਰ ਹੈ ਕਿ ਜਿਸ ਕੰਮ ਦੇ ਵਿੱਚ ਸਾਨੂੰ ਸੁਰੱਖਿਆ ਨਹੀਂ ਮਹਿਸੂਸ ਹੋ ਰਹੀ ਹੈ ਉਸ ਕੰਮ ਤੋਂ ਆਪਾਂ ਮਨਾਹੀ ਕਰ ਸਕਦੇ ਹਾਂ। ਪਹਿਲੇ ਨੰਬਰ 'ਤੇ ਦੱਸਿਆ ਗਿਆ ਨੋ ਜੋਬ ਇਜ਼ ਵਰਥ ਗੈਟਿੰਗ ਹਰਟ। ਕੋਈ ਵੀ ਕੰਮ ਇਸ ਲਾਇਕ ਨਹੀਂ ਹੁੰਦਾ ਜਿਹਦੇ ਵਿੱਚ ਆਪਾਂ ਕੀ ਆਪਣਾ ਕੋਈ ਨੁਕਸਾਨ ਕਰੀਏ। ਅਗਲਾ ਹੈ ਡਿਸਕਸ ਇਟ ਵਿਦ ਯੂਰ ਬੌਸ ਬਿਫੋਰ ਰਿਫਿਊਜ਼ਿੰਗ ਵਰਕ ਯੂ ਥਿੰਕ ਇਜ਼ ਡੇਂਜਰਸ, ਕਿ ਆਪਣੇ ਮਾਲਕ ਦੇ ਨਾਲ ਉਸ ਕੰਮ ਦੇ ਬਾਰੇ ਜ਼ਰੂਰ ਗੱਲਬਾਤ ਕਰੋ ਜਿਸ ਦੇ ਵਿੱਚ ਤੁਸੀਂ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਉਹ ਕੰਮ ਨੂੰ ਨਹੀਂ ਕਰਨਾ। ਕਿਸੇ ਵੀ ਕੰਮ ਨੂੰ ਮਨਾ ਕਰਨ ਤੋਂ ਪਹਿਲਾਂ ਆਪਣੇ ਮਾਲਕ ਨੂੰ ਜ਼ਰੂਰ ਦੱਸੋ ਇੱਕ ਵਾਰੀ। Employer cannot punish or fire you for the refusing work you think is unsafe। ਜਿਹੜਾ ਮਾਲਕ ਹੈ ਉਹ ਤੁਹਾਨੂੰ ਕਦੇ ਵੀ ਇਸ ਦੇ ਲਈ ਕੋਈ ਸਜ਼ਾ ਨਹੀਂ ਦੇ ਸਕਦਾ ਜਾਂ ਤੁਹਾਨੂੰ ਬਾਹਰ ਨਹੀਂ ਕੱਢ ਸਕਦਾ ਕਿ ਤੁਸੀਂ ਇਸ ਕੰਮ ਤੋਂ ਮਨਾ ਕਿਉਂ ਕੀਤਾ ਹੈ। ਇਹ ਕੀ ਹੈ, ਇਹ ਕੁਝ ਗੱਲਾਂ ਸੀਗੀਆਂ ਜੋ ਇੱਕ ਕਰਮਚਾਰੀ ਦੇ ਕੀ ਹੈ ਕੰਮ ਵਾਲੀ ਥਾਂ ਦੇ ਉੱਤੇ ਕੰਮ ਕਰਦੇ ਹੋਏ ਕੁਝ ਅਧਿਕਾਰ ਨੇ, ਅਤੇ ਹਰ ਇੱਕ ਕਰਮਚਾਰੀ ਨੂੰ ਇਹਨਾਂ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਤਾਂ ਕਿ ਉਹ ਆਪਣੇ ਕੰਮ ਦੇ ਉੱਤੇ ਅਧਿਕਾਰਾਂ ਨੂੰ ਜਾਣਦੇ ਹੋਏ ਆਪਣੇ ਸਾਰੇ ਕੰਮ ਨੂੰ ਕਰ ਸਕੇ। ਅਗਲੇ ਭਾਗ ਦੇ ਵਿੱਚ ਅਸੀਂ ਦੇਖਾਂਗੇ ਸੇਫਟੀ ਟ੍ਰੇਨਿੰਗ। ਸੇਫਟੀ ਟ੍ਰੇਨਿੰਗ ਕੀ ਹੈ? 2 ਤਰ੍ਹਾਂ ਦੀਆਂ ਟ੍ਰੇਨਿੰਗਸ ਨੂੰ ਆਪਾਂ ਦੇਖਾਂਗੇ, ਇੱਕ ਹੈ ਜਨਰਲ ਟ੍ਰੇਨਿੰਗ ਅਤੇ ਦੂਸਰਾ ਹੈ ਸਪੈਸੀਫਿਕ ਟ੍ਰੇਨਿੰਗ। ਜਨਰਲ ਟ੍ਰੇਨਿੰਗ ਦੇ ਵਿੱਚ ਕੀ ਹੈ ਕੰਪਨੀ ਹੈਲਥ ਐਂਡ ਸੇਫਟੀ ਪਾਲਿਸੀ, ਕੰਪਨੀ ਸੇਫਟੀ ਰੂਲਸ, ਐਮਰਜੈਂਸੀ ਪ੍ਰੋਸੀਡਿਊਰਸ ਅਤੇ ਹਾਊ ਟੂ ਗੈਟ ਫਸਟ ਏਡ। ਇਹਨਾਂ ਦੇ ਵਿੱਚ ਦੱਸਿਆ ਗਿਆ ਜਿਸ ਕਿ ਜਨਰਲ ਟ੍ਰੇਨਿੰਗ ਦੇ ਵਿੱਚ ਸਾਨੂੰ ਕੀ ਹੈ ਕੰਪਨੀ ਦੇ ਜਿਹੜੇ ਹੈਲਥ ਅਤੇ ਸੇਫਟੀ ਪਾਲਿਸੀਜ਼ ਦੇ ਬਾਰੇ ਦੱਸਿਆ ਜਾਵੇਗਾ। ਕੰਪਨੀ ਦੇ ਸੇਫਟੀ ਰੂਲਸ ਕੀ ਹੈ, ਕਿਸੇ ਵੀ ਕੰਮ ਨੂੰ ਕਿਵੇਂ ਕਰਨਾ ਹੈ। ਐਮਰਜੈਂਸੀ ਦੇ ਵਿੱਚ ਜਿਹੜੀਆਂ ਆਪਾਤਕਾਲੀਨ ਦੇ ਵਿੱਚ ਸਮੇਂ ਦੇ ਵਿੱਚ ਕੀ ਹੈ ਕੀ ਪ੍ਰੋਸੀਡਿਊਰਸ ਹੈ, ਉਹਨਾਂ ਨੂੰ ਕਿਸ ਤਰ੍ਹਾਂ ਕੰਮ ਹੈਂਡਲ ਕਰਨਾ ਹੈ, ਕਿਵੇਂ ਉਸ ਸਮੇਂ ਕੰਮ ਕਰਨਾ ਹੈ, ਅਤੇ ਕਿਸੇ ਵੀ ਅਣਸੁਖਾਵੀ ਘਟਨਾ ਦੇ ਸਮੇਂ ਫਸਟ ਏਡ ਜਿਹੜੀ ਹੈ ਉਹ ਕਿਸ ਤਰ੍ਹਾਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਜਾਂ ਕਿਸੇ ਨੂੰ ਫਸਟ ਏਡ ਆਪਾਂ ਕਿਵੇਂ ਦੇ ਸਕਦੇ ਹਾਂ। ਅਤੇ ਦੂਸਰੀ ਜੋ ਪ੍ਰਕਾਰ ਦੀ ਟ੍ਰੇਨਿੰਗ ਹੈ ਉਹ ਹੈ ਸਪੈਸੀਫਿਕ ਟ੍ਰੇਨਿੰਗ। ਸਪੈਸੀਫਿਕ ਟ੍ਰੇਨਿੰਗ ਦੇ ਵਿੱਚ ਜਿਹੜੇ ਟੌਪਿਕਸ ਕਵਰ ਕੀਤੇ ਜਾਂਦੇ ਨੇ ਉਹ ਹੈ ਹਾਊ ਟੂ ਡੂ ਯੂਰ ਜੋਬ ਸੇਫਲੀ, ਹਾਊ ਟੂ ਡੀਲ ਵਿਦ ਹਜ਼ਾਰਡਸ ਮਟੀਰੀਅਲ, ਹਾਊ ਟੂ ਯੂਜ਼ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ, ਹਾਊ ਟੂ ਆਪਰੇਟ ਮਸ਼ੀਨਰੀ ਐਂਡ ਇਕਵਿਪਮੈਂਟ ਸੇਫਲੀ। ਸਭ ਤੋਂ ਪਹਿਲੇ ਨੰਬਰ 'ਤੇ ਦੱਸਿਆ ਗਿਆ ਕਿ ਤੁਸੀਂ ਆਪਣੇ ਕੰਮ ਨੂੰ ਸੁਰੱਖਿਅਤ ਢੰਗ ਦੇ ਨਾਲ ਕਿਵੇਂ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਕਿ ਜੋ ਖਤਰਨਾਕ ਜਿਹੜੇ ਟੂਲਸ ਹੈਗੇ ਆ
ਉਹਨਾਂ ਨੂੰ ਕਿਵੇਂ ਹੈਂਡਲ ਕਰ ਸਕਦੇ ਹਾਂ, ਉਹਨਾਂ ਨੂੰ ਕਿਸ ਤਰ੍ਹਾਂ ਸਾਂਭ ਸੰਭਾਲ ਉਹਨਾਂ ਦੀ ਕਿਵੇਂ ਕਰਨੀ ਹੈ। ਉਸ ਤੋਂ ਬਾਅਦ ਕਿ ਪੀਪੀ ਕਿੱਟ ਜਿਹੜੀ ਹੈਗੀ ਆ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਜਿਹੜੇ ਆ, ਉਹਨਾਂ ਨੂੰ ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਆਪਣੇ ਬਚਾਅ ਦੇ ਲਈ ਇਸਤੇਮਾਲ ਕਰ ਸਕਦੇ ਹਾਂ। ਅਤੇ ਅੰਤ ਦੇ ਵਿੱਚ ਦੱਸਿਆ ਗਿਆ ਕਿ ਕੰਮ ਵਾਲੀ ਥਾਂ 'ਤੇ ਜਿਹੜੀਆਂ ਮਸ਼ੀਨਰੀਆਂ ਵਾ ਉਹਨਾਂ ਨੂੰ ਕਰਮਚਾਰੀ ਸਹੀ ਢੰਗ ਦੇ ਨਾਲ ਕਿਵੇਂ ਓਪਰੇਟ ਕਰੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਕੰਮ ਵਾਲੀ ਥਾਂ ਦੇ ਉੱਤੇ ਨਾ ਵਾਪਰੇ। ਸੇਫਟੀ ਟ੍ਰੇਨਿੰਗ ਤੋਂ ਬਾਅਦ ਆਪਾਂ ਦੇਖਦੇ ਹਾਂ ਉਹ ਕਿਹੜੇ ਤਰ੍ਹਾਂ ਦੇ ਖਤਰੇ ਨੇ ਜਿਨ੍ਹਾਂ ਤੋਂ ਇੱਕ ਕਰਮਚਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਦਾ ਹੈ। ਪਹਿਲੇ ਨੰਬਰ 'ਤੇ ਆਉਂਦਾ ਹੈ ਫਿਜ਼ੀਕਲ ਹੈਜ਼ਾਰਡਸ, ਅਨਸੇਫ ਮਸ਼ੀਨਸ ਐਂਡ ਐਨਵਾਇਰਨਮੈਂਟਲ ਕੰਡੀਸ਼ਨਸ। ਸਭ ਤੋਂ ਪਹਿਲੇ ਨੰਬਰ 'ਤੇ ਜੋ ਦੱਸਿਆ ਗਿਆ ਹੈ ਇਹ ਉਹ ਘਟਨਾਵਾਂ ਨੇ ਜਾਂ ਉਹ ਖਤਰੇ ਨੇ ਜਿਨ੍ਹਾਂ ਦੇ ਨਾਲ ਕੀ ਹੈ ਕਿਸੇ ਕਰਮਚਾਰੀ ਨੂੰ ਸਿੱਧੇ ਤੌਰ 'ਤੇ ਕੋਈ ਨੁਕਸਾਨ ਪਹੁੰਚਦਾ ਹੈ। ਜਿਵੇਂ ਕਿ ਐਗਜ਼ਾਮਪਲਸ ਦੇ ਵਿੱਚ ਥੱਲੇ ਦੱਸਿਆ ਗਿਆ ਵਾ, ਜਿਹੜੇ ਬਲੇਡਸ ਹੈ, ਕੌਨਸਟੈਂਟ ਨੋਇਸ ਹੈ, ਪ੍ਰੋਲੋਂਗਡ ਐਕਸਪੋਜ਼ਰ ਟੂ ਸਨ ਐਂਡ ਕੋਲਡ। ਇਹਨਾਂ ਦੇ ਕਰਕੇ ਕੀ ਹੈ ਕਿਸੇ ਵੀ ਕਰਮਚਾਰੀ ਨੂੰ ਕੀ ਹੈ ਫਿਜ਼ੀਕਲ ਜੋ ਸਰੀਰਕ ਤੌਰ 'ਤੇ ਉਹਦਾ ਕੀ ਹੈ ਨੁਕਸਾਨ ਹੁੰਦਾ ਹੈ। ਇਹਨੂੰ ਆਪਾਂ ਕਹਿੰਦੇ ਫਿਜ਼ੀਕਲ ਹੈਜ਼ਰਡਸ। ਦੂਸਰਾ ਹੈਜ਼ਰਡ ਹੈ ਬਾਇਓਲੋਜੀਕਲ ਹੈਜ਼ਰਡ। ਇਹ ਹੈ ਜੋ ਲਿਵਿੰਗ ਥਿੰਗਸ ਦੇ ਨਾਲ ਜੋ ਆ, ਜਿਸ ਤਰ੍ਹਾਂ ਕਿ ਵਾਇਰਸ ਹੈਗੇ ਆ, ਇਨਫੈਕਟਡ ਬਲੱਡ ਹੈ, ਇਹਦੇ ਨਾਲ ਜੋ ਨੁਕਸਾਨ ਪਹੁੰਚਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਬਾਇਓਲੋਜੀਕਲ ਹੈਜ਼ਰਡਸ। ਤੀਸਰੇ ਨੰਬਰ 'ਤੇ ਆਉਂਦਾ ਹੈ ਕੈਮੀਕਲ ਹੈਜ਼ਰਡਸ। ਕੈਮੀਕਲ ਹੈਜ਼ਰਡਸ ਦੇ ਵਿੱਚ ਮਟੀਰੀਅਲਸ ਦੈਟ ਆਰ ਫਲੇਮੇਬਲ, ਐਕਸਪਲੋਸਿਵ ਔਰ ਪੋਇਜ਼ਨਸ, ਜਿਹੜੇ ਜ਼ਹਿਰੀਲੇ ਮਟੀਰੀਅਲ ਨੇ ਜੋ ਕਿ ਕਿਸੇ ਵੀ ਕਰਮਚਾਰੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਉਹਨਾਂ ਨੂੰ ਕੈਮੀਕਲ ਹੈਜ਼ਰਡਸ ਕਰਕੇ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਵਰਕਪਲੇਸ ਐਮਰਜੈਂਸੀਜ਼। ਵਰਕਪਲੇਸ ਐਮਰਜੈਂਸੀਜ਼ ਕੀ ਨੇ? Some jobs may have facilities to deal with emergencies such as eye wash stations or showers. Stay safe at work by knowing what to do in an emergency such as fire, explosion, injury, hazardous material spill, violence and severe weather. And in the last, make sure you know the emergency procedures in your workplace. ਇਸ ਤੋਂ ਬਾਅਦ ਦੇਖਾਂਗੇ ਵਰਕਪਲੇਸ ਐਮਰਜੈਂਸੀਜ਼ ਦੇ ਵਿੱਚ ਤੁਹਾਡਾ ਐਮਰਜੈਂਸੀ ਪਲਾਨ ਕੀ ਹੋਣਾ ਚਾਹੀਦਾ ਅਤੇ ਐਮਰਜੈਂਸੀ ਇਕਵਿਪਮੈਂਟਸ ਕਿਹੜੇ ਨੇ ਜਿਹੜੇ ਕੀ ਹੈ ਕੰਮ ਵਾਲੀ ਥਾਂ ਦੇ ਉੱਤੇ ਤੁਹਾਡੇ ਕੋਲ ਕੀ ਹੈ ਉਪਲਬਧ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲੇ ਨੰਬਰ 'ਤੇ ਐਮਰਜੈਂਸੀ ਪਲਾਨ ਦੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲੇ ਨੰਬਰ 'ਤੇ ਹੈਗਾ ਰਿਪੋਰਟਿੰਗ ਪ੍ਰੋਸੀਜਰ। ਰਿਪੋਰਟਿੰਗ ਪ੍ਰੋਸੀਜਰ ਦੇ ਵਿੱਚ ਕੀ ਹੈ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਨ ਦੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਰਮਚਾਰੀ ਨੂੰ ਕੀ ਹੈ ਉਹਨੂੰ ਕੀ ਹੈ ਰਿਪੋਰਟਿੰਗ ਦਾ ਪ੍ਰੋਸੀਜਰ ਇੱਕ ਪਤਾ ਹੋਣਾ ਚਾਹੀਦਾ ਵਾ ਕਿ ਕਿਸ ਜਗ੍ਹਾ ਦੇ ਉੱਤੇ ਕੀ ਹੈ ਕੋਈ ਘਟਨਾ ਵਾਪਰੀ ਹੈ ਅਤੇ ਉਹਦੀ ਰਿਪੋਰਟਿੰਗ ਕਿਸ ਬੰਦੇ ਦੇ ਕੋਲ ਕੀਤੀ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਆਉਂਦਾ ਹੈ ਡਿਸਕ੍ਰਿਪਸ਼ਨ ਆਫ ਅਲਾਰਮ ਸਿਸਟਮ। ਅਲਾਰਮ ਸਿਸਟਮ ਦੇ ਉੱਤੇ ਕੀ ਹੈ ਸੁਵਿਧਾ ਹੋਣੀ ਚਾਹੀਦੀ ਹੈ। ਜੇਕਰ ਕਿਤੇ ਅੱਗ ਲੱਗਦੀ ਹੈ ਅਤੇ ਉੱਥੇ ਕੀ ਹੈ ਅਲਾਰਮ ਸਿਸਟਮ ਹੋਣਾ ਚਾਹੀਦਾ ਜਿਹਦੇ ਨਾਲ ਕੀ ਹੈ ਕੰਮ ਵਾਲੀ ਥਾਂ ਦੇ ਉੱਤੇ ਹਰੇਕ ਨੂੰ ਕੀ ਹੈ ਇਸ ਚੀਜ਼ ਦਾ ਪਤਾ ਲੱਗ ਸਕੇ। ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼। ਕਿਸੇ ਵੀ ਘਟਨਾ ਦੇ ਸਮੇਂ ਉੱਥੇ ਦੇ ਕਰਮਚਾਰੀ ਨੂੰ ਆਪਣੀ ਡਿਊਟੀਜ਼ ਅਤੇ ਰਿਸਪੋਂਸੀਬਿਲਿਟੀਜ਼ ਦਾ ਪਤਾ ਹੋਣਾ ਚਾਹੀਦਾ ਕਿ ਉਸ ਮੁਸ਼ਕਿਲ ਸਮੇਂ ਦੇ ਵਿੱਚ ਉਹਨਾਂ ਦੇ ਕਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਕਰਨੇ ਨੇ। ਉਸ ਤੋਂ ਬਾਅਦ ਆਉਂਦਾ ਹੈ ਐਸਕੇਪ ਰੂਟਸ, ਸੇਫ ਮੀਟਿੰਗ ਏਰੀਆਜ਼, ਕਿ ਜੇਕਰ ਕਿਤੇ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਵਾਪਰੇ ਤਾਂ ਉਸ ਸੂਰਤ ਦੇ ਵਿੱਚ ਇੱਕ ਐਸਕੇਪ ਰੂਟ ਹੋਣਾ ਚਾਹੀਦਾ ਹੈ ਜਾਂ ਸੇਫ ਮੀਟਿੰਗ ਏਰੀਆ ਹੋਣਾ ਚਾਹੀਦਾ ਜਿੱਥੇ ਕੀ ਹੈ ਲੋਕ ਬਾਹਰ ਨਿਕਲ ਕੇ ਇੱਕ ਦੂਸਰੇ ਦੇ ਨਾਲ ਫਿਰ ਤੋਂ ਮਿਲ ਸਕਣ। ਇਸ ਤੋਂ ਬਾਅਦ ਆਏਗਾ ਕਮਿਊਨੀਕੇਸ਼ਨ ਮੈਥਡ ਹੋਣਾ ਚਾਹੀਦਾ ਵਾ, ਨੇਮਸ, ਨੰਬਰ ਆਫ ਕੀ ਪੀਪਲ ਅਤੇ ਜਿਹੜੇ ਜ਼ਰੂਰੀ
ਲੋਕ ਨੇ ਅਤੇ ਉਹਨਾਂ ਦਾ ਕੀ ਹੈ ਕੰਟੈਕਟ ਨੰਬਰ ਵਗੈਰਾ ਹੋਣੇ ਚਾਹੀਦੇ। ਰੈਗੂਲਰ ਡਰਿਲਸ ਹੋਣੀਆਂ ਚਾਹੀਦੀਆਂ ਨੇ ਜਿਸ ਦੇ ਵਿੱਚ ਕੀ ਹੈ ਕਿ ਸਟਾਫ ਨੂੰ ਜਿਹੜੀ ਹੈ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਕਿ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਕਿਸ ਤਰ੍ਹਾਂ ਬਚ ਕੇ ਨਿਕਲਣਾ ਹੈ। ਇਸ ਤੋਂ ਬਾਅਦ ਆਉਂਦਾ ਹੈ ਸਾਡਾ ਐਮਰਜੈਂਸੀ ਇਕਵਿਪਮੈਂਟਸ। ਕਿਹੜੇ ਨੇ ਜਿਹੜੇ ਐਮਰਜੈਂਸੀ ਦੇ ਸਮੇਂ ਕੰਮ ਵਾਲੀ ਥਾਂ ਦੇ ਉੱਤੇ ਹੋਣੇ ਚਾਹੀਦੇ ਨੇ। ਫਾਇਰ ਐਕਸਟਿੰਗੁਇਸ਼ਰਸ ਹੋਣੇ ਚਾਹੀਦੇ ਨੇ, ਫਾਇਰ ਬਲੈਂਕਟਸ ਹੋਣੀਆਂ ਚਾਹੀਦੀਆਂ, ਸਟ੍ਰੈਚਰਸ, ਫਲੈਸ਼ ਲਾਈਟਸ ਹੋਣੀਆਂ ਚਾਹੀਦੀਆਂ, ਸਪਿਲ ਕਿਟਸ ਹੋਣੀਆਂ ਚਾਹੀਦੀਆਂ ਨੇ, ਆਈ ਵਾਸ਼ ਸਟੇਸ਼ਨ ਜਾਂ ਸ਼ਾਵਰਸ, ਅਤੇ ਜੋ ਅੰਤ ਦੇ ਵਿੱਚ ਇੱਕ ਲਾਸਟ ਹੋਰ ਚੀਜ਼ ਹੈ ਫਸਟ ਏਡ ਕਿਟ, ਜਿਹੜਾ ਉਸ ਐਮਰਜੈਂਸੀ ਦੇ ਸਮੇਂ ਸਾਡੇ ਕੋਲ ਕੰਮ ਵਾਲੀ ਥਾਂ ਦੇ ਉੱਤੇ ਪਏ ਹੋਣਾ ਚਾਹੀਦਾ ਹੈ ਕਿ ਜ਼ਰੂਰਤ ਵੇਲੇ ਇਹਨਾਂ ਨੂੰ ਕੀ ਹੈ ਯੂਜ਼ ਕਰਕੇ ਆਪਾਂ ਆਪਣੇ ਕਰਮਚਾਰੀਆਂ ਦੀ ਜਿਹੜੀ ਬਹੁਮੁੱਲੀ ਜਾਨ ਹੈ ਉਹਨੂੰ ਕੀ ਆਪਾਂ ਬਚਾ ਸਕੀਏ। ਅਤੇ ਅੰਤ ਦੇ ਵਿੱਚ ਜੋ ਲਾਸਟ ਚੀਜ਼ ਦੱਸੀ ਜਾਂਦੀ ਹੈ, ਰਿਮੈਂਬਰ ਯੋਰ ਸੇਫਟੀ ABC। ਆਪਣੀ ਜਿਹੜੀ ਸੇਫਟੀ ਦੀ ਜਿਹੜੀ ABC ਹੈ, ਜਿਸ ਦਾ ਮਤਲਬ ਹੈ ਆਲਵੇਜ਼ ਬੀ ਕੇਅਰਫੁਲ, ਕਿ ਹਮੇਸ਼ਾ ਆਪਣੀ ਕੰਮ ਵਾਲੀ ਥਾਂ ਦੇ ਉੱਤੇ ਕੀ ਹੈ ਬੜੀ ਸਾਵਧਾਨੀ ਦੇ ਨਾਲ ਰਹੋ ਕਿ ਤੁਸੀਂ ਆਪਣੀ ਕੰਮ ਵਾਲੀ ਥਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚ ਕੇ ਸਹੀ ਸਲਾਮਤ ਆਪਣੇ ਕੰਮ ਨੂੰ ਕਰ ਸਕੋ। ਧੰਨਵਾਦ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦੀ ਇਸ ਵੀਡੀਓ ਦੇ ਵਿੱਚੋਂ ਅਸੀਂ ਜ਼ਰੂਰ ਕੁਛ ਨਾ ਕੁਛ ਸਿੱਖਿਆ ਹੋਵੇਗਾ।